मैं अपनी पत्नी ਨੂੰ ਕੋਲਡ ਡਰਿੰਕ ਵਿੱਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ। ਮੈਨੂੰ ਆਪਣੀ ਪਤਨੀ ਨਾਲ ਬਹੁਤ ਨਫ਼ਰਤ ਸੀ ਕਿਉਂਕਿ ਉਹ ਮੇਰੇ ਘਰਦਿਆਂ ਦੀ ਪਸੰਦ ਸੀ। ਮੈਂ ਉਸ ਤੋਂ ਜਾਨ ਛੁਡਾਉਣ ਲਈ ਕੋਲਡ ਡਰਿੰਕ ਵਿੱਚ ਜ਼ਹਿਰ ਮਿਲਾ ਕੇ ਉਸ ਨੂੰ ਦੇ ਦਿੱਤਾ ਤੇ ਆਪ ਬਾਜ਼ਾਰ ਵੱਲ ਚਲਾ ਗਿਆ। ਹੁਣ ਮੈਂ ਉਸ ਦੀ ਮੌਤ ਦੀ ਖਬਰ ਸੁਣਨ ਲਈ ਬੇਚੈਨ ਸੀ। ਤਦੇ ਅਚਾਨਕ ਮੈਨੂੰ ਪਾਪਾ ਦਾ ਫੋਨ ਆ ਗਿਆ। ਉਹਨਾਂ ਨੇ ਕਿਹਾ ਕਿ ਬੇਟਾ ਬਹੂ ਦੇ ਆਖਰੀ ਸਾਹ ਚੱਲ ਰਹੇ ਹਨ, ਤੂੰ ਜਲਦੀ ਨਾਲ ਘਰ ਆ ਜਾ, ਉਹ ਤੈਨੂੰ ਕੁਝ ਦੱਸਣਾ ਚਾਹੁੰਦੀ ਹੈ। ਮੈਂ ਜਲਦੀ ਨਾਲ ਘਰ ਪਹੁੰਚਿਆ ਤਾਂ ਮੇਰੀ ਮਰਦੀ ਹੋਈ ਪਤਨੀ ਨੇ ਮੈਨੂੰ ਕੁਝ ਅਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰਾ ਨਾਮ ਰੌਬਿਨ ਹੈ। ਮੈਂ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਮੈਂ ਆਪਣੀ ਕੰਪਨੀ ਤੋਂ ਛੁੱਟੀ ਲੈ ਕੇ ਵਿਆਹ ਕਰਾਉਣ ਲਈ ਘਰ ਆਇਆ ਸੀ। ਅੱਜ ਮੇਰੇ ਵਿਆਹ ਨੂੰ ਪੂਰਾ 1 ਮਹੀਨਾ ਹੋ ਗਿਆ ਸੀ ਤੇ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ 1 ਮਹੀਨਾ ਨਹੀਂ ਸਗੋਂ 100 ਸਾਲ ਹੋ ਗਏ ਹਨ। ਮੈਨੂੰ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ੀ ਨਹੀਂ ਸੀ। ਮੈਨੂੰ ਇੱਕ ਇੱਕ ਪਲ ਘੁੱਟਣ ਦੇ ਰਿਹਾ ਸੀ। ਇਸ ਤਕਲੀਫ ਤੋਂ ਛੁਟਕਾਰਾ ਪਾਉਣ ਦੇ ਲਈ ਮੈਂ ਸ਼ਹਿਰ ਵਾਪਸ ਜਾਣ ਲਈ ਸਵੇਰੇ ਜਲਦੀ ਉੱਠ ਗਿਆ ਸੀ। ਮੇਰੇ ਪਾਪਾ ਨੇ ਆਪਣੇ ਮਰਦੇ ਹੋਏ ਦੋਸਤ ਨੂੰ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਦੀ ਬੇਟੀ ਨੂੰ ਆਪਣੇ ਘਰ ਦੀ ਬਹੂ ਬਣਾਉਣਗੇ ਤੇ ਅੱਜ ਉਹਨਾਂ ਨੇ ਆਪਣਾ ਇਹ ਵਾਅਦਾ ਪੂਰਾ ਕਰ ਦਿੱਤਾ ਸੀ ਆਪਣੇ ਸਵਰਗੀ ਦੋਸਤ ਦੀ ਬੇਟੀ ਨਾਲ ਮੇਰਾ ਵਿਆਹ ਕਰਕੇ। ਮੇਰੀ ਪਤਨੀ ਮੇਰੇ ਤੋਂ ਉਮਰ ਵਿੱਚ 3 ਸਾਲ ਵੱਡੀ ਸੀ। ਦੇਖਣ ਵਿੱਚ ਵੀ ਕਾਲੀ ਬਦਸੂਰਤ ਸੀ। ਉਸ ਦਾ ਨਾਮ ਰਾਗਿਨੀ ਸੀ। ਮੈਂ ਗੁੱਸੇ ਵਿੱਚ ਘਰ ਤੋਂ ਨਿਕਲਣ ਲੱਗਿਆ ਤਾਂ ਰਾਗਿਨੀ ਮੇਰੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਤੇ ਕਹਿਣ ਲੱਗੀ, ਐਨੀ ਜਲਦੀ ਵਾਪਸ ਨਾ ਜਾਓ। ਮੇਰੀ ਪਤਨੀ ਮੈਨੂੰ ਇੱਕ ਅੱਖ ਨਹੀਂ ਪਾਉਂਦੀ ਸੀ ਤੇ ਉਸ ਦਾ ਬੋਲਣਾ ਵੀ ਮੈਨੂੰ ਜ਼ਹਿਰ ਲੱਗਦਾ ਸੀ। ਮੈਂ ਚਾਹੁੰਦਾ ਸੀ ਕਿ ਮੇਰੀ ਪਤਨੀ ਮੇਰੀ ਅੱਖਾਂ ਦੇ ਸਾਹਮਣੇ ਤੋਂ ਕਿਤੇ ਚਲੀ ਜਾਵੇ ਤੇ ਮੈਨੂੰ ਉਸ ਦੀ ਸ਼ਕਲ ਵੀ ਨਾ ਦੇਖਣੀ ਪਵੇ। ਪਰ ਇਹ ਤਾਂ ਹੋ ਨਹੀਂ ਸਕਦਾ ਸੀ ਕਿਉਂਕਿ ਉਹ ਬਹੂ ਬਣ ਕੇ ਸਾਡੇ ਘਰ ਆ ਚੁੱਕੀ ਸੀ। ਉਹ ਤਾਂ ਇਹ ਘਰ ਛੱਡ ਕੇ ਨਹੀਂ ਜਾ ਸਕਦੀ ਸੀ, ਪਰ ਮੈਂ ਤਾਂ ਇਹ ਘਰ ਛੱਡ ਕੇ ਸ਼ਹਿਰ ਵਾਪਸ ਜਾ ਸਕਦਾ ਸੀ ਕਿਉਂਕਿ ਮੈਂ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਮੈਂ ਆਪਣੇ ਪਾਪਾ ਦੇ ਕਹਿਣ 'ਤੇ ਜ਼ਹਿਰ ਦਾ ਕੜਵਾ ਘੁੱਟ ਪੀ ਲਿਆ ਸੀ, ਪਰ ਮੈਂ ਆਪਣੀ ਨਵੀਂ ਨਵੇਲੀ ਦੁਲਹਨ ਰਾਗਿਨੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਸੀ ਤੇ ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਇੰਨੀ ਜਲਦੀ ਮੈਂ ਸ਼ਹਿਰ ਵਾਪਸ ਨਹੀਂ ਜਾਣਾ ਚਾਹੁੰਦਾ ਸੀ। ਮੈਂ ਤੇਰੀ ਇਹ ਸ਼ਕਲ ਹੁਣ ਹੋਰ ਜ਼ਿਆਦਾ ਨਹੀਂ ਦੇਖ ਸਕਦਾ। ਤੇਰੀ ਇਹ ਕਾਲੀ ਜਿਹੀ ਸ਼ਕਲ ਮੈਨੂੰ ਡਰਾਉਂਦੀ ਹੈ। ਮੈਂ ਮਹਿਸੂਸ ਕੀਤਾ ਸੀ ਕਿ ਮੇਰੀ ਗੱਲ ਸੁਣ ਕੇ ਉਹ ਇੱਕਦਮ ਮੁਰਝਾ ਗਈ ਸੀ। ਫਿਰ ਅੱਖਾਂ ਵਿੱਚ ਹੰਝੂ ਭਰ ਕੇ ਬੋਲੀ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਹਾਂ। ਰਾਗਿਨੀ ਦੀ ਗੱਲ ਸੁਣ ਕੇ ਮੈਂ ਉਸ ਦਾ ਮੂੰਹ ਦੇਖਦਾ ਹੀ ਰਹਿ ਗਿਆ ਸੀ। ਮੈਨੂੰ ਮਨ ਹੀ ਮਨ ਹਾਸੀ ਆ ਰਹੀ ਸੀ ਕਿ ਕਾਲੀ ਕਲੂਟੀ ਲੜਕੀ ਮੇਰੇ ਵਰਗੇ ਹੈਂਡਸਮ ਤੇ ਖੂਬਸੂਰਤ ਲੜਕੇ ਨਾਲ ਰਹਿਣ ਦੇ ਸੁਪਨੇ ਦੇਖ ਰਹੀ ਹੈ। ਖੈਰ ਇਸ ਵਿੱਚ ਰਾਗਿਨੀ ਦੀ ਵੀ ਕੋਈ ਗਲਤੀ ਨਹੀਂ ਸੀ। ਉਹ ਇਹ ਸੁਪਨਾ ਵੀ ਸ਼ਾਇਦ ਮੇਰੇ ਕਰਕੇ ਹੀ ਦੇਖ ਰਹੀ ਸੀ ਕਿਉਂਕਿ ਮੈਂ ਭਾਵਨਾਵਾਂ ਵਿੱਚ ਬਹਿ ਗਿਆ ਸੀ ਤੇ ਸੁਹਾਗਰਾਤ ਰਾਗਿਨੀ ਦੇ ਨਾਲ ਮਨਾ ਚੁੱਕਿਆ ਸੀ ਤੇ ਇਹੀ ਮੇਰੇ ਤੋਂ ਗਲਤੀ ਹੋਈ। ਪਰ ਮੈਂ ਹੋਰ ਰਾਗਿਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੇਰੀ ਮਾਂ ਤੇ ਪਾਪਾ ਨੂੰ ਜਦੋਂ ਪਤਾ ਚੱਲਿਆ ਕਿ ਮੈਂ ਸ਼ਹਿਰ ਵਾਪਸ ਜਾ ਰਿਹਾ ਹਾਂ ਤਾਂ ਉਹ ਦੋਨੋਂ ਮੇਰੇ ਕੋਲ ਆ ਗਏ ਤੇ ਉਹ ਮੈਨੂੰ ਸਮਝਾ ਰਹੇ ਸੀ ਕਿ ਅਜੇ ਤੇਰੇ ਵਿਆਹ ਨੂੰ 1 ਮਹੀਨਾ ਹੀ ਤਾਂ ਹੋਇਆ ਹੈ ਤੇ ਤੂੰ ਬਹੂ ਨੂੰ ਛੱਡ ਕੇ ਜਾ ਰਿਹਾ ਏਂ। ਮੈਂ ਆਪਣੇ ਪਾਪਾ ਦੀਆਂ ਗੱਲਾਂ ਸੁਣ ਰਿਹਾ ਸੀ ਕਿਉਂਕਿ ਮੈਂ ਬਹੁਤ ਆਗਿਆਕਾਰੀ ਬੇਟਾ ਸੀ। ਮੇਰੇ ਪਾਪਾ ਮੇਰੀ ਬਹੁਤ ਤਾਰੀਫ ਕਰਦੇ ਸੀ ਕਿ ਮੈਂ ਉਹਨਾਂ ਦੀ ਹਰ ਗੱਲ ਮੰਨਦਾ ਹਾਂ ਤੇ ਮੈਂ ਵੀ ਨਹੀਂ ਚਾਹੁੰਦਾ ਸੀ ਕਿ ਮੇਰੇ ਕਰਕੇ ਮੇਰੇ ਪਾਪਾ ਦਾ ਦਿਲ ਦੁਖੇ। ਮੈਂ ਪਾਪਾ ਤੋਂ ਕੰਮ ਦਾ ਬਹਾਨਾ ਬਣਾ ਕੇ ਉਹਨਾਂ ਤੋਂ ਆਗਿਆ ਮੰਗੀ। ਫਿਰ ਮਜਬੂਰੀ ਵਿੱਚ ਮੇਰੇ ਪਾਪਾ ਨੇ ਮੈਨੂੰ ਸ਼ਹਿਰ ਜਾਣ ਦੀ ਆਗਿਆ ਦੇ ਦਿੱਤੀ। ਉਹਨਾਂ ਨੂੰ ਆਪਣੇ ਮਿਹਨਤੀ ਬੇਟੇ 'ਤੇ ਮਾਣ ਹੋਣ ਲੱਗਿਆ। ਮੈਂ ਜਦ ਘਰ ਤੋਂ ਨਿਕਲਿਆ ਤਾਂ ਰਾਗਿਨੀ ਰਸੋਈ ਵਿੱਚ ਕੰਮ ਕਰ ਰਹੀ ਸੀ। ਮੈਂ ਉਸ ਨੂੰ ਦੱਸੇ ਬਗੈਰ ਹੀ ਘਰ ਤੋਂ ਨਿਕਲ ਗਿਆ ਤੇ ਖੁੱਲ੍ਹੇ ਮਾਹੌਲ ਵਿੱਚ ਸਾਹ ਲਿਆ। ਸੱਚ ਤਾਂ ਇਹ ਹੈ ਕਿ ਪਿੰਡ ਦੇ ਮਾਹੌਲ ਵਿੱਚ ਮੇਰਾ ਦਮ ਘੁੱਟਦਾ ਸੀ। ਸ਼ਹਿਰ ਦੀ ਚਕਾਚੌਂਧ ਮੈਨੂੰ ਸੋਹਣੀ ਲੱਗਦੀ ਸੀ। ਜੇ ਮੈਂ ਚਾਹੁੰਦਾ ਤਾਂ ਪਿੰਡ ਵਿੱਚ ਰਹਿ ਕੇ ਵੀ ਆਪਣਾ ਬਿਜ਼ਨਸ ਕਰ ਸਕਦਾ ਸੀ, ਪਰ ਪਿੰਡ ਵਿੱਚ ਰਹਿ ਕੇ ਕੰਮ ਕਰਨਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਤੇ ਮੈਂ ਜਿਵੇਂ ਕਿਵੇਂ ਕਰਕੇ ਸ਼ਹਿਰ ਵਿੱਚ ਕੰਮ ਕਰ ਲਿਆ ਸੀ ਤੇ ਉੱਥੇ ਹੀ ਰਹਿਣ ਲੱਗ ਗਿਆ ਸੀ। ਪਿੰਡ ਤਾਂ ਮੈਂ ਕਦੇ ਕਦਾਈ ਆ ਜਾਂਦਾ ਸੀ। ਜਿਵੇਂ ਹੀ ਮੈਂ ਏਅਰਪੋਰਟ 'ਤੇ ਪਹੁੰਚਿਆ ਤਾਂ ਮੇਰੀ ਮਹਿੰਗੀ ਕਾਰ ਦੇ ਨਾਲ ਮੇਰੇ ਬਾਡੀਗਾਰਡ ਵੀ ਪਹੁੰਚ ਗਏ ਸੀ। ਮੇਰਾ ਕੰਮ ਹੀ ਕੁਝ ਅਜਿਹਾ ਸੀ ਕਿ ਮੈਨੂੰ ਸਿਕਿਉਰਿਟੀ ਦੀ ਜ਼ਰੂਰਤ ਪੈਂਦੀ ਸੀ। ਜੇ ਮੇਰੇ ਪਾਪਾ ਨੂੰ ਇਹ ਪਤਾ ਚੱਲ ਜਾਂਦਾ ਕਿ ਉਹਨਾਂ ਦਾ ਲਾਡਲਾ ਬੇਟਾ ਕੀ ਕੰਮ ਕਰਦਾ ਹੈ ਤਾਂ ਉਹ ਤਾਂ ਰੱਬ ਨੂੰ ਹੀ ਪਿਆਰੇ ਹੋ ਜਾਂਦੇ।
ਜਿੱਥੇ ਤੱਕ ਮੇਰੀ ਪਤਨੀ ਦੀ ਗੱਲ ਹੈ, ਉਸ ਦੀ ਤਾਂ ਮੈਨੂੰ ਕੋਈ ਪਰਵਾਹ ਹੀ ਨਹੀਂ ਸੀ। ਪੁਰਾਣੇ ਖਿਆਲਾਂ ਵਾਲੀ ਹਰ ਚਮਕ ਦਮਕ ਤੋਂ ਦੂਰ ਅਜਿਹੀ ਪਤਨੀ ਤਾਂ ਮੈਨੂੰ ਚਾਹੀਦੀ ਵੀ ਨਹੀਂ ਸੀ। ਇੱਥੇ ਸ਼ਹਿਰ ਵਿੱਚ ਇੱਕ ਤੋਂ ਵੱਧ ਕੇ ਇੱਕ ਹਸੀਨ ਤੇ ਖੂਬਸੂਰਤ ਕੁੜੀਆਂ ਮੇਰੀਆਂ ਦੋਸਤ ਸਨ। ਤਾਂ ਹੀ ਤਾਂ ਮੈਨੂੰ ਉਹ ਪਿੰਡ ਦੀ ਕਾਲੀ ਤੇ ਅਨਪੜ੍ਹ ਇੱਕ ਅੱਖ ਨਹੀਂ ਭਾਉਂਦੀ ਸੀ। ਸ਼ਹਿਰ ਵਿੱਚ ਮੇਰਾ ਇੱਕ ਨਾਮ ਸੀ ਤੇ ਇੱਕ ਪਹਿਚਾਣ ਸੀ। ਬੜੇ ਬੜੇ ਵੀ ਮੇਰੇ ਅੱਗੇ ਪਾਣੀ ਭਰਦੇ ਸੀ। ਮੇਰੇ ਇਲਾਕੇ ਵਿੱਚ ਸਮਗਲਰ ਤਾਂ ਕੀ, ਪੁਲਿਸ ਵਾਲੇ ਵੀ ਆਉਣ ਤੋਂ ਡਰਦੇ ਸੀ। ਹਾਂ, ਮੈਂ ਇੱਕ ਬਹੁਤ ਵੱਡਾ ਕ੍ਰਿਮੀਨਲ ਸੀ। ਰਾਗਨੀ ਨੂੰ ਭੁੱਲ ਕੇ ਮੈਂ ਆਪਣੇ ਕੰਮ ਵਿੱਚ ਬਿਜੀ ਹੋ ਗਿਆ ਸੀ। ਇੱਕ ਦਿਨ ਦੀ ਗੱਲ ਹੈ ਕਿ ਮੈਂ ਆਪਣਾ ਭੇਸ ਬਦਲ ਕੇ ਇੱਕ ਟ੍ਰੇਨ ਵਿੱਚ ਆਪਣਾ ਸ਼ਿਕਾਰ ਲੱਭ ਰਿਹਾ ਸੀ। ਕਾਲਜ ਦੇ ਕੱਚੀ ਉਮਰ ਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਮੈਂ ਆਪਣੀ ਜਾਲ ਵਿੱਚ ਫਸਾਉਂਦਾ ਸੀ, ਕਿਉਂਕਿ ਇਸ ਉਮਰ ਵਿੱਚ ਹਰ ਇੱਕ ਦੀ ਚਾਹਤ ਹੁੰਦੀ ਹੈ ਕਿ ਉਹ ਪੈਸਾ ਕਮਾਵੇ ਤੇ ਆਪਣੇ ਮਾਂ-ਬਾਪ ਦਾ ਸਹਾਰਾ ਬਣੇ। ਮੈਂ ਮੁੰਡੇ ਕੁੜੀਆਂ ਨੂੰ ਕਾਫੀ ਪੈਸੇ ਆਫਰ ਕਰਦਾ ਸੀ। ਮੈਂ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਹਮੇਸ਼ਾ ਦੀ ਤਰ੍ਹਾਂ ਉਸ ਦਿਨ ਵੀ ਟ੍ਰੇਨ ਵਿੱਚ ਬਹੁਤ ਭੀੜ ਸੀ। ਮੈਂ ਇੱਕ ਸੀਟ ਤੇ ਬੈਠ ਗਿਆ ਤੇ ਇੱਕ ਲੜਕੀ ਮੇਰੇ ਕੋਲ ਖੜੀ ਸੀ। ਉਹ ਦੇਖਣ ਵਿੱਚ ਬਹੁਤ ਗਰੀਬ ਲੱਗ ਰਹੀ ਸੀ ਤੇ ਉਸ ਦਾ ਬੈਗ ਵੀ ਬਹੁਤ ਪੁਰਾਣਾ ਸੀ। ਉਸ ਕੁੜੀ ਦਾ ਹੁਲੀਆ ਉਸ ਦੀ ਗਰੀਬੀ ਦੀ ਦਾਸਤਾਨ ਚੀਖ-ਚੀਖ ਕੇ ਦੱਸ ਰਿਹਾ ਸੀ। ਮੈਨੂੰ ਆਪਣਾ ਸ਼ਿਕਾਰ ਮਿਲ ਗਿਆ ਸੀ। ਮੈਨੂੰ ਪਤਾ ਸੀ ਕਿ ਅਜਿਹੀਆਂ ਕੁੜੀਆਂ ਨੂੰ ਫਸਾਉਣਾ ਬਹੁਤ ਆਸਾਨ ਹੁੰਦਾ ਹੈ। ਅਜਿਹੀਆਂ ਕੁੜੀਆਂ ਗਰੀਬੀ ਤੋਂ ਜਾਨ ਛੁਡਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਮੈਂ ਉਸ ਸੀਟ ਤੋਂ ਉੱਠਿਆ ਤੇ ਉਸ ਨੂੰ ਕਿਹਾ ਕਿ ਤੂੰ ਇਸ ਸੀਟ ਤੇ ਆ ਕੇ ਬੈਠ ਜਾ। ਉਹ ਕੁੜੀ ਮੇਰੀ ਗੱਲ ਸੁਣਦੇ ਹੀ ਗੁੱਸੇ ਨਾਲ ਭੜਕ ਉੱਠੀ ਤੇ ਕਹਿਣ ਲੱਗੀ, ਮੈਂ ਤੇਰੇ ਵਰਗੇ ਮੁੰਡਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਕੁੜੀਆਂ ਨਾਲ ਗੱਲ ਕਰਨ ਦਾ ਬਹਾਨਾ ਚਾਹੀਦਾ ਹੈ ਤੁਹਾਨੂੰ। ਬਸ ਕੁੜੀ ਨੂੰ ਸੀਟ ਆਫਰ ਕਰਕੇ ਉਸ ਨਾਲ ਗੱਲਬਾਤ ਸ਼ੁਰੂ ਕਰ ਦਿਓ। ਇਹ ਤਰੀਕਾ ਪੁਰਾਣਾ ਹੋ ਚੁੱਕਿਆ ਹੈ। ਮੈਂ ਤੇਰੇ ਵਰਗੇ ਮੁੰਡਿਆਂ ਦੇ ਸਾਰੇ ਹੱਥਕੰਡੇ ਜਾਣਦੀ ਹਾਂ। ਮੈਨੂੰ ਉਸ ਦੀ ਇਹ ਗੱਲ ਵੀ ਚੰਗੀ ਲੱਗੀ ਸੀ। ਮੈਨੂੰ ਪਤਾ ਚੱਲ ਗਿਆ ਸੀ ਕਿ ਇਹ ਮੇਰੇ ਲਈ ਬਹੁਤ ਹੀ ਕੰਮ ਦੀ ਸਾਬਤ ਹੋਵੇਗੀ। ਮੇਰੇ ਸਾਹਮਣੇ ਮੇਰੀ ਡਰਪੋਕ ਜਿਹੀ ਪਤਨੀ ਦਾ ਚਿਹਰਾ ਇੱਕਦਮ ਘੁੰਮ ਗਿਆ ਸੀ। ਉਸ ਦਿਨ ਤੋਂ ਬਾਅਦ ਮੈਂ ਹਰ ਰੋਜ਼ ਉਸ ਸਟੇਸ਼ਨ ਤੇ ਜਾ ਕੇ ਖੜਾ ਹੋ ਜਾਂਦਾ ਸੀ ਜਿਸ ਸਟੇਸ਼ਨ ਤੋਂ ਉਹ ਟ੍ਰੇਨ ਫੜਦੀ ਸੀ। ਮੈਂ ਵੀ ਉਸ ਦੇ ਪਿੱਛੇ ਉਸੇ ਡੱਬੇ ਵਿੱਚ ਚੜ੍ਹ ਜਾਂਦਾ ਸੀ। ਉਹ ਕੁੜੀ ਨਾਲ ਗੱਲ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ। ਮੈਂ ਆਪਣੇ ਖਾਸ ਬੰਦਿਆਂ ਨੂੰ ਉਸਦੀ ਜਾਸੂਸੀ ਤੇ ਲਗਾ ਰੱਖਿਆ ਸੀ। ਅਗਲੇ ਹੀ ਦਿਨ ਮੈਨੂੰ ਉਸ ਦੀ ਪੂਰੀ ਜਾਣਕਾਰੀ ਮਿਲ ਗਈ ਸੀ। ਉਹ ਬਹੁਤ ਹੀ ਗਰੀਬ ਪਰਿਵਾਰ ਦੀ ਸੀ। ਉਸ ਦਾ ਘਰ ਵੀ ਬਹੁਤ ਛੋਟਾ ਜਿਹਾ ਸੀ। ਉਹ ਆਪਣੇ ਬੁੱਢੇ ਮਾਂ-ਬਾਪ ਦੀ ਇਕਲੌਤੀ ਕੁੜੀ ਸੀ। ਉਸ ਕੁੜੀ ਦਾ ਨਾਂ ਸਪਨਾ ਸੀ। ਉਸ ਦੇ ਕਾਲਜ ਦਾ ਵੀ ਪਤਾ ਲਗਵਾ ਲਿਆ ਗਿਆ ਸੀ। ਫਿਰ ਮੈਂ ਕੁਝ ਦਿਨ ਆਪਣੇ ਕੰਮ ਵਿੱਚ ਜ਼ਿਆਦਾ ਬਿਜੀ ਹੋ ਗਿਆ ਤੇ ਸਪਨਾ ਦੇ ਨਾਲ ਟ੍ਰੇਨ ਵਿੱਚ ਨਹੀਂ ਗਿਆ। ਹੁਣ ਮੈਨੂੰ ਕੁਝ ਖਾਲੀ ਜਿਹਾ ਮਹਿਸੂਸ ਹੋਣ ਲੱਗਿਆ ਸੀ। ਇੱਕ ਦਿਨ ਮੈਂ ਉਸ ਦੇ ਕਾਲਜ ਗਿਆ ਤੇ ਉਸ ਦੀ ਸਹੇਲੀ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਸਪਨਾ ਦੀ ਪਲ-ਪਲ ਦੀ ਰਿਪੋਰਟ ਚਾਹੀਦੀ ਹੈ। ਪਹਿਲਾਂ ਤਾਂ ਉਸ ਦੀ ਸਹੇਲੀ ਮੰਨ ਨਹੀਂ ਰਹੀ ਸੀ, ਪਰ ਉਸ ਦੀ ਅਕਲ ਤਾਂ ਮੇਰੇ ਨਾਲ ਖੜੇ ਬਾਡੀਗਾਰਡ ਦੀ ਬਾਡੀ ਦੇਖ ਕੇ ਹੀ ਟਿਕਾਣੇ ਆ ਗਈ। ਫਿਰ ਉਸ ਨੇ ਮੇਰਾ ਨੰਬਰ ਲਿਆ। ਮੈਂ ਉਸ ਨੂੰ ਨੰਬਰ ਲਿਖਾ ਕੇ ਉੱਥੋਂ ਜਾਣ ਹੀ ਲੱਗਿਆ ਸੀ, ਪਰ ਪਤਾ ਨਹੀਂ ਕਿਉਂ ਮੇਰਾ ਦਿਲ ਬਾਰ-ਬਾਰ ਸਪਨਾ ਨੂੰ ਦੇਖਣ ਲਈ ਕਰ ਰਿਹਾ ਸੀ। ਅਗਲੇ ਕੁਝ ਦਿਨ ਮੇਰੇ ਬਹੁਤ ਹੀ ਬਿਜੀ ਲੰਘੇ ਸਨ, ਜਿਸ ਦੇ ਕਾਰਨ ਮੈਂ ਸਪਨਾ ਨੂੰ ਨਹੀਂ ਦੇਖ ਪਾਇਆ ਸੀ, ਪਰ ਉਸ ਦਾ ਖਿਆਲ ਮੈਨੂੰ ਬਾਰ-ਬਾਰ ਤੰਗ ਕਰਦਾ ਸੀ। ਫਿਰ ਅਚਾਨਕ ਇੱਕ ਦਿਨ ਉਸ ਦੀ ਸਹੇਲੀ ਦਾ ਫੋਨ ਆਇਆ। ਉਸਨੇ ਦੱਸਿਆ ਕਿ 2 ਦਿਨਾਂ ਬਾਅਦ ਸਪਨਾ ਦਾ ਵਿਆਹ ਹੋ ਰਿਹਾ ਹੈ। ਇਹ ਗੱਲ ਸੁਣਦੇ ਹੀ ਮੇਰਾ ਦਿਲ ਟੁੱਟ ਕੇ ਬਿਖਰ ਗਿਆ। ਉਸਨੇ ਆਪਣੀ ਸਹੇਲੀ ਨੂੰ ਆਪਣੇ ਵਿਆਹ ਵਿੱਚ ਬੁਲਾਇਆ ਸੀ। ਉਸੇ ਸਮੇਂ ਉਸ ਦੀ ਸਹੇਲੀ ਨੇ ਮੈਨੂੰ ਫੋਨ ਕਰਕੇ ਦੱਸ ਦਿੱਤਾ ਸੀ। ਮੈਂ ਗਮ ਅਤੇ ਗੁੱਸੇ ਦੀ ਅਜੀਬ ਜਿਹੀ ਦੋ ਰਾਹਾਂ ਤੇ ਖੜਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਸਪਨਾ ਨੂੰ ਪਿਆਰ ਕਰਨ ਲੱਗਿਆ ਹਾਂ। ਮੈਨੂੰ ਆਪਣੀ ਹਾਲਤ ਤੇ ਬਹੁਤ ਹਾਸੀ ਆ ਰਹੀ ਸੀ। ਫਿਰ ਮੈਂ ਬੈਠ ਕੇ ਸੋਚਿਆ ਕਿ ਕੀ ਕਰਨਾ ਚਾਹੀਦਾ ਹੈ। ਫਿਰ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਤੇ ਸਪਨਾ ਦੀ ਬਰਾਤ ਆਉਣ ਤੋਂ ਕੁਝ ਦੇਰ ਪਹਿਲਾਂ ਮੈਂ ਆਪਣੇ ਇੱਕ ਭਰੋਸੇ ਦੇ ਆਦਮੀ ਨੂੰ ਭੇਜ ਕੇ ਸਪਨਾ ਨੂੰ ਉਸਦੇ ਘਰ ਤੋਂ ਉਠਾ ਲਿਆ ਸੀ ਤੇ ਉਸ ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਮੈਂ ਆਪਣੇ ਆਦਮੀਆਂ ਨੂੰ ਸਖਤੀ ਨਾਲ ਕਿਹਾ ਸੀ ਕਿ ਇਸ ਕੁੜੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਸ ਦੀ ਇੱਜ਼ਤ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਮੇਰੀ ਸੀ। ਮੈਂ ਉਸ ਦੇ ਆਂਚ ਵੀ ਨਹੀਂ ਆਉਣ ਦੇਣਾ ਚਾਹੁੰਦਾ ਸੀ। ਮੇਰਾ ਦਿਲ ਸਪਨਾ ਨੂੰ ਦੇਖਣ ਲਈ ਤੜਫ ਰਿਹਾ ਸੀ, ਪਰ ਮੈਂ ਬੜੀ ਮੁਸ਼ਕਲ ਨਾਲ ਖੁਦ ਨੂੰ ਰੋਕ ਰੱਖਿਆ ਸੀ। 2 ਦਿਨ ਅਤੇ 2 ਰਾਤ ਆਪਣੇ ਘਰ ਰੱਖ ਕੇ ਉਸ ਨੂੰ ਮੈਂ ਸਹੀ ਸਲਾਮਤ ਉਸਦੇ ਘਰ ਪਹੁੰਚਾ ਦਿੱਤਾ ਸੀ।
ਉਹ ਜਿਸ ਤਰ੍ਹਾਂ ਆਈ ਸੀ ਉਸੇ ਤਰ੍ਹਾਂ ਵਾਪਸ ਚਲੇ ਗਈ ਸੀ। ਸਪਨਾ ਦੇ ਮੰਗੇਤਰ ਨੇ ਉਸ ਨਾਲ ਰਿਸ਼ਤਾ ਤੋੜ ਦਿੱਤਾ ਸੀ। ਹੁਣ ਮੈਨੂੰ ਇਹ ਕਰਨਾ ਸੀ ਕਿ ਸਪਨਾ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਉਣੀ ਸੀ। ਮੈਂ ਹਰ ਕੰਮ ਬੜੇ ਪਲਾਨ ਨਾਲ ਕਰ ਰਿਹਾ ਸੀ। ਇਹ ਮੇਰੀ ਪੁਰਾਣੀ ਆਦਤ ਸੀ। ਇਸੇ ਲਈ ਤਾਂ ਹੁਣ ਤੱਕ ਮੈਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਸੀ। ਪੁਲਿਸ ਨੂੰ ਮੇਰੇ ਤੇ ਸ਼ੱਕ ਸੀ, ਪਰ ਉਹ ਮੇਰੇ ਖਿਲਾਫ ਸਬੂਤ ਇਕੱਠੇ ਕਰਨ ਵਿੱਚ ਨਾਕਾਮਯਾਬ ਰਹੀ ਸੀ। ਖੈਰ, ਮੈਂ ਸਪਨਾ ਦੀ ਗਲੀ ਵਿੱਚ ਜਾ ਕੇ ਖੜਾ ਹੋ ਜਾਂਦਾ ਸੀ। ਮੈਂ ਬੜੀ ਚਲਾਕੀ ਨਾਲ ਸਪਨਾ ਦੇ ਪਾਪਾ ਨਾਲ ਦੋਸਤੀ ਕਰ ਲਈ ਸੀ। ਉਹ ਸਿੱਧਾ ਸਾਦਾ ਆਦਮੀ ਸੀ। ਉਸ ਨਾਲ ਗੱਲਬਾਤ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਸੀ। ਜਦ ਸਪਨਾ ਦੇ ਪਾਪਾ ਨਾਲ ਮੇਰੀ ਗੱਲਬਾਤ ਹੋਣ ਲੱਗ ਗਈ ਸੀ ਤਾਂ ਉਸਦੇ ਪਾਪਾ ਨੇ ਮੈਨੂੰ ਦੱਸਿਆ ਕਿ ਸਪਨਾ ਦਾ ਮੰਗੇਤਰ ਹੀ ਉਹਨਾਂ ਦਾ ਸਾਰਾ ਖਰਚਾ ਕਰਦਾ ਸੀ। ਘਰ ਦਾ ਚੁੱਲ੍ਹਾ ਉਸ ਲੜਕੇ ਕਰਕੇ ਹੀ ਚੱਲਦਾ ਸੀ। ਹੁਣ ਤਾਂ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਫਿਰ ਮੈਂ ਸਪਨਾ ਦੇ ਘਰ ਰਾਸ਼ਨ ਪਹੁੰਚਾ ਦਿੱਤਾ। ਸਪਨਾ ਦੇ ਪਾਪਾ ਨੇ ਬਹੁਤ ਮਨਾ ਕੀਤਾ, ਪਰ ਮੈਂ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਮੈਨੂੰ ਆਪਣਾ ਬੇਟਾ ਹੀ ਸਮਝੋ। ਤੇ ਇਸੇ ਤਰ੍ਹਾਂ ਸਪਨਾ ਦੇ ਪਾਪਾ ਨਾਲ ਜਾਣ ਪਹਿਚਾਣ ਬਣਾ ਕੇ ਮੈਂ ਉਸ ਦੇ ਘਰ ਤੱਕ ਵੀ ਪਹੁੰਚ ਗਿਆ ਸੀ। ਮੈਂ ਸਪਨਾ ਦੇ ਘਰ ਪੈਸੇ ਲੁਟਾ ਰਿਹਾ ਸੀ, ਪਰ ਸਪਨਾ ਨੂੰ ਪਤਾ ਚੱਲ ਗਿਆ ਸੀ ਕਿ ਮੈਂ ਹੀ ਉਸ ਨੂੰ ਕਿਡਨੈਪ ਕਰਵਾਇਆ ਸੀ। ਇਸ ਲਈ ਉਹ ਮੇਰੇ ਤੋਂ ਨਾਰਾਜ਼ ਸੀ ਤੇ ਮੇਰੇ ਨਾਲ ਗੱਲ ਵੀ ਨਹੀਂ ਕਰਦੀ ਸੀ। ਪਰ ਮੈਂ ਵੀ ਪਿੱਛੇ ਹਟਣ ਵਾਲਾ ਨਹੀਂ ਸੀ। ਮੈਂ ਸਪਨਾ ਦੇ ਘਰ ਦੀ ਪੂਰੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਸੀ। ਕਦੇ ਉਸਦੇ ਬੁੱਢੇ ਮਾਂ-ਬਾਪ ਨੂੰ ਡਾਕਟਰ ਕੋਲ ਲੈ ਕੇ ਜਾਣਾ ਤੇ ਕਦੇ ਉਸਦੇ ਘਰ ਦਾ ਜ਼ਰੂਰੀ ਸਮਾਨ ਲਿਆ ਕੇ ਰੱਖ ਦੇਣਾ। ਮੇਰੀ ਇਹਨਾਂ ਮਿਹਰਬਾਨੀਆਂ ਦੀ ਵਜ੍ਹਾ ਨਾਲ ਸਪਨਾ ਨੇ ਮੇਰੇ ਤੋਂ ਮਾफ़ੀ ਮੰਗ ਲਈ ਸੀ। ਮੈਂ ਕਿਹਾ, ਇਨਸਾਨ ਨੂੰ ਕਦੇ-ਕਦੇ ਗਲਤਫਹਿਮੀ ਹੋ ਜਾਂਦੀ ਹੈ, ਇਸ ਦੀ ਕੋਈ ਜ਼ਰੂਰਤ ਨਹੀਂ। ਉਸ ਦਿਨ ਤੋਂ ਬਾਅਦ ਮੈਂ ਜਦ ਵੀ ਉਹਨਾਂ ਦੇ ਘਰ ਜਾਂਦਾ ਤਾਂ ਉਹ ਖੁਦ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਮੈਨੂੰ ਦਿੰਦੀ। ਇਸ ਤਰ੍ਹਾਂ ਸਾਡੇ ਵਿੱਚ ਦੋਸਤੀ ਹੋ ਗਈ। ਕਦੇ-ਕਦੇ ਅਸੀਂ ਬਾਹਰ ਘੁੰਮਣ ਚਲੇ ਜਾਂਦੇ ਸੀ। ਕਦੇ ਮਹਿੰਗੇ ਹੋਟਲਾਂ ਵਿੱਚ ਵੀ ਖਾਣਾ ਖਿਲਾ ਦਿੰਦਾ ਸੀ ਤੇ ਉਸ ਨੂੰ ਬਹੁਤ ਸਾਰੀ ਸ਼ਾਪਿੰਗ ਵੀ ਕਰਾਉਂਦਾ ਸੀ। ਮਹਿੰਗੀਆਂ ਡਰੈਸਾਂ, ਮੈਚਿੰਗ ਜਵੈਲਰੀ ਤੇ ਮੈਚਿੰਗ ਸੈਂਡਲ ਵੀ ਦਵਾ ਦਿੰਦਾ ਸੀ। ਅਜਿਹਾ ਕਰਨ 'ਤੇ ਮੈਨੂੰ ਬਿਲਕੁਲ ਵੀ ਅਫਸੋਸ ਨਹੀਂ ਹੁੰਦਾ ਸੀ, ਕਿਉਂਕਿ ਇਹ ਸਭ ਕਰਨ ਨਾਲ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਦਾ ਸੀ। ਸਪਨਾ ਦੀ ਸੁੰਦਰਤਾ ਦਾ ਮੈਂ ਦੀਵਾਨਾ ਹੋ ਗਿਆ ਸੀ। ਮੇਰੇ ਦੁਆਰਾ ਦਿੱਤੇ ਗਏ ਮਹਿੰਗੇ ਕੱਪੜੇ ਤੇ ਜਵੈਲਰੀ ਨਾਲ ਉਸ ਦੀ ਸੁੰਦਰਤਾ ਹੋਰ ਵੀ ਨਿਖਰ ਆਈ ਸੀ। ਸਪਨਾ ਦਾ ਝੁਕਾਅ ਵੀ ਮੇਰੀ ਤਰਫ ਸੀ। ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ ਜਦ ਮੈਂ ਸਪਨਾ ਦੇ ਪਾਪਾ ਤੋਂ ਉਸ ਦਾ ਰਿਸ਼ਤਾ ਮੰਗਿਆ ਸੀ ਤੇ ਸਪਨਾ ਦੇ ਪਾਪਾ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ, ਸਗੋਂ ਉਹ ਤਾਂ ਖੁਸ਼ੀ ਨਾਲ ਪਾਗਲ ਹੋ ਗਏ ਸੀ। ਸਪਨਾ ਨੇ ਵੀ ਹਾਂ ਕਰ ਦਿੱਤੀ ਸੀ। ਪਤਾ ਨਹੀਂ ਉਸ ਨੂੰ ਕਿਵੇਂ ਮੇਰੇ ਪਹਿਲੇ ਵਿਆਹ ਦੀ ਖਬਰ ਹੋ ਗਈ ਸੀ, ਜਦਕਿ ਮੈਂ ਅੱਜ ਤੱਕ ਉਸ ਨੂੰ ਰਾਗਨੀ ਦੇ ਬਾਰੇ ਨਹੀਂ ਦੱਸਿਆ ਸੀ ਤੇ ਉਹ ਸਾਰਾ ਦਿਨ ਰੋਂਦੀ ਰਹੀ ਸੀ। ਉਸ ਦੇ ਹੰਝੂ ਦੇਖ ਕੇ ਮੇਰਾ ਤਾਂ ਕਲੇਜਾ ਫਟਣ ਨੂੰ ਆ ਗਿਆ। ਮੈਂ ਉਸ ਨੂੰ ਹਰ ਤਰ੍ਹਾਂ ਨਾਲ ਵਿਸ਼ਵਾਸ ਦਿਵਾਇਆ ਕਿ ਰਾਗਨੀ ਸਾਡੇ ਰਸਤੇ ਦਾ ਕੰਡਾ ਨਹੀਂ ਬਣੇਗੀ, ਕਿਉਂਕਿ ਮੈਂ ਤਾਂ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ। ਉਹ ਇੱਕ ਸਿੱਧੀ ਸਾਦੀ ਕੁੜੀ ਹੈ ਤੇ ਪਿੰਡ ਵਿੱਚ ਹੀ ਰਹੇਗੀ ਤੇ ਅਸੀਂ ਸ਼ਹਿਰ ਵਿੱਚ ਰਹਾਂਗੇ। ਪਰ ਸਪਨਾ ਕਿਸੇ ਵੀ ਤਰ੍ਹਾਂ ਨਾ ਮੰਨੀ ਤੇ ਫਿਰ ਸਪਨਾ ਨੇ ਇੱਕ ਸ਼ਰਤ ਰੱਖੀ ਕਿ ਮੈਂ ਜਦ ਤੱਕ ਰਾਗਨੀ ਨੂੰ ਤਲਾਕ ਨਹੀਂ ਦੇਵਾਂਗਾ ਉਹ ਮੇਰੇ ਨਾਲ ਵਿਆਹ ਨਹੀਂ ਕਰਵਾਵੇਗੀ। ਮੈਂ ਸਪਨਾ ਨੂੰ ਦੱਸਿਆ ਕਿ ਮੈਂ ਰਾਗਨੀ ਨੂੰ ਨਹੀਂ ਛੱਡ ਸਕਦਾ, ਕਿਉਂਕਿ ਜੇ ਮੈਂ ਉਸ ਨੂੰ ਛੱਡ ਦਿੱਤਾ ਤਾਂ ਮੇਰੇ ਮੰਮੀ ਪਾਪਾ ਮਰ ਜਾਣਗੇ। ਫਿਰ ਸਪਨਾ ਨੇ ਕਿਹਾ ਕਿ ਤੂੰ ਕੁਝ ਅਜਿਹਾ ਕਰ ਕਿ ਰਾਗਨੀ ਖੁਦ ਤੈਨੂੰ ਛੱਡ ਕੇ ਭੱਜ ਜਾਵੇ। ਮੈਨੂੰ ਉਸ ਦੀ ਗੱਲ ਪਸੰਦ ਆਈ। ਮੈਨੂੰ ਸ਼ਹਿਰ ਵਿੱਚ ਸਭ ਕੁਝ ਛੱਡ ਕੇ ਮਜਬੂਰਨ ਪਿੰਡ ਵਿੱਚ ਜਾਣਾ ਪਿਆ। ਮੰਮੀ ਪਾਪਾ ਤੇ ਰਾਗਨੀ ਮੇਰੇ ਪਿੰਡ ਵਿੱਚ ਆਉਣ 'ਤੇ ਬਹੁਤ ਖੁਸ਼ ਹੋਏ, ਪਰ ਮੇਰਾ ਰਵੱਈਆ ਰਾਗਨੀ ਨਾਲ ਬਹੁਤ ਹੀ ਕਠੋਰ ਸੀ। ਗੱਲ-ਗੱਲ 'ਤੇ ਮੈਂ ਉਸ ਨੂੰ ਜਲੀਲ ਕਰਦਾ, ਪਰ ਉਹ ਮੇਰੀ ਕਿਸੇ ਵੀ ਗੱਲ ਦਾ ਮੁੜ ਕੇ ਜਵਾਬ ਨਹੀਂ ਦਿੰਦੀ ਸੀ, ਬਸ ਚੁੱਪਚਾਪ ਹੰਝੂ ਵਹਾਉਂਦੀ ਰਹਿੰਦੀ ਸੀ। ਉਸ ਦੀ ਕਾਲੀ ਕਲੂਟੀ ਸ਼ਕਲ ਮੈਨੂੰ ਹੋਰ ਜ਼ਿਆਦਾ ਗੁੱਸਾ ਦਿਵਾਉਂਦੀ ਸੀ। ਮੈਂ ਉਸ ਨੂੰ ਉਸ ਦੇ ਕਾਲੇ ਰੰਗ ਦੇ ਤਾਨੇ ਜ਼ਰੂਰ ਦਿੰਦਾ ਸੀ। ਮੈਂ ਉਸ ਨੂੰ ਕਹਿੰਦਾ ਕਿ ਤੇਰੇ ਕਾਲੇ ਰੰਗ ਨੇ ਮੇਰੀ ਕਿਸਮਤ ਨੂੰ ਵੀ ਕਾਲਾ ਕਰ ਦਿੱਤਾ ਹੈ। ਮੈਂ ਉਸ ਨੂੰ ਫੜ ਕੇ ਸ਼ੀਸ਼ੇ ਦੇ ਸਾਹਮਣੇ ਖੜਾ ਕਰ ਦਿੰਦਾ ਤੇ ਉਸ ਨੂੰ ਪੁੱਛਦਾ ਕਿ ਦੱਸ, ਤੇਰਾ ਤੇ ਮੇਰਾ ਕੀ ਮੇਲ ਮਿਲਦਾ ਹੈ? ਤੂੰ ਕਾਲੀ ਅੰਧੇਰੀ ਰਾਤ ਤੇ ਮੈਂ ਉਜਵਲ ਸਵੇਰਾ। ਰਾਗਨੀ ਦੀ ਅੱਖਾਂ ਵਿੱਚ ਹੰਝੂ ਭਰ ਜਾਂਦੇ ਤੇ ਉਹ ਮੇਰੇ ਵੱਲ ਦੇਖਣ ਲੱਗ ਜਾਂਦੀ। ਉਸ ਦੇ ਹੰਝੂਆਂ ਨਾਲ ਕੁਝ ਪਲ ਲਈ ਮੇਰੇ ਤੇ ਜੋ ਅਸਰ ਹੁੰਦਾ ਸੀ, ਪਰ ਮੈਂ ਆਪਣੇ ਦਿਲ ਦਾ ਕੀ ਕਰਦਾ। ਮੈਂ ਤਾਂ ਸਪਨਾ ਦੇ ਇਸ਼ਕ ਵਿੱਚ ਪਾਗਲ ਹੋ ਗਿਆ ਸੀ। ਮੈਂ ਰਾਗਨੀ ਨਾਲ ਬਹੁਤ ਹੀ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਤਾਂ ਗੱਲ ਮਾਰ ਕੁੱਟ ਤੇ ਆ ਗਈ ਸੀ। ਹੁਣ ਤਾਂ ਮੈਂ ਰਾਗਨੀ ਤੇ ਹੱਥ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਸੀ, ਪਰ ਇੰਨਾ ਕੁਝ ਹੋਣ ਤੋਂ ਬਾਅਦ ਵੀ
ਉਹ ਮੈਨੂੰ ਇੱਕ ਸ਼ਬਦ ਵੀ ਨਾ ਕਹਿੰਦੀ। ਉਹ ਬਹੁਤ ਹੀ ਢੀਠ ਸੀ। ਮੈਂ ਜਿੰਨਾ ਉਸ ਤੋਂ ਦੂਰ ਭੱਜਦਾ ਉਹ ਓਨੀ ਹੀ ਮੇਰੇ 'ਤੇ ਮਰਦੀ ਸੀ। ਮੇਰੀ ਜ਼ਿੰਦਗੀ ਵਿੱਚ ਜੇ ਸਪਨਾ ਨਾ ਹੁੰਦੀ ਤਾਂ ਸ਼ਾਇਦ ਹੁਣ ਤੱਕ ਮੈਂ ਰਾਗਨੀ ਦੀਆਂ ਅੱਛਾਈਆਂ ਦਾ ਦੀਵਾਨਾ ਹੋ ਚੁੱਕਿਆ ਹੁੰਦਾ। ਪਰ ਹੁਣ ਮੈਂ ਉਸ ਤੋਂ ਜਾਨ ਛਡਾਉਣਾ ਚਾਹੁੰਦਾ ਸੀ ਤੇ ਉਸ ਦੀਆਂ ਇਹ ਹਰਕਤਾਂ ਮੈਨੂੰ ਹੋਰ ਵੀ ਗੁੱਸਾ ਦਿਵਾਉਂਦੀਆਂ ਸਨ। ਮੈਂ ਜਲਦ ਤੋਂ ਜਲਦ ਸਪਨਾ ਦੇ ਕੋਲ ਵਾਪਸ ਜਾਣਾ ਚਾਹੁੰਦਾ ਸੀ। ਮੈਨੂੰ ਉਸ ਦੀ ਯਾਦ ਆਉਂਦੀ ਸੀ। ਪਿੰਡ ਆਏ ਹੋਏ ਨੂੰ ਵੀ ਮੈਨੂੰ 1 ਮਹੀਨਾ ਹੋ ਚੁੱਕਿਆ ਸੀ ਤੇ ਇਸ ਨਾਲ ਮੇਰੇ ਕਾਰੋਬਾਰ 'ਤੇ ਵੀ ਕਾਫੀ ਬੁਰਾ ਅਸਰ ਪਿਆ ਸੀ। ਮੈਂ ਸਪਨਾ ਨਾਲ ਵੀ ਫੋਨ 'ਤੇ ਗੱਲ ਕਰਦਾ ਰਹਿੰਦਾ ਸੀ ਤੇ ਉਸ ਨੂੰ ਸਾਰੇ ਹਾਲਾਤ ਦੱਸਦਾ ਰਹਿੰਦਾ ਸੀ। ਮੈਂ ਉਸ ਨੂੰ ਇਹ ਵੀ ਦੱਸਿਆ ਸੀ ਕਿ ਰਾਗਨੀ ਮੇਰੇ ਨਾਲ ਕਿਸੇ ਵੀ ਤਰ੍ਹਾਂ ਰਿਸ਼ਤਾ ਖਤਮ ਨਹੀਂ ਕਰੇਗੀ। ਉਹ ਮੇਰੀ ਮਾਰ ਕੁੱਟ ਵੀ ਸਹਿੰਦੀ ਰਹਿੰਦੀ ਹੈ। ਫਿਰ ਮੈਨੂੰ ਸਪਨਾ ਨੇ ਅਜਿਹਾ ਆਈਡੀਆ ਦਿੱਤਾ ਜਿਸ ਨੂੰ ਸੁਣ ਕੇ ਮੇਰਾ ਦਿਲ ਦਹਿਲ ਗਿਆ। ਸਪਨਾ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਜ਼ਹਿਰ ਦੇ ਦੇ। ਇੱਕ ਪਲ ਲਈ ਤਾਂ ਮੇਰਾ ਦਿਲ ਡੁੱਬ ਗਿਆ ਸੀ, ਪਰ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਕਿਹਾ ਠੀਕ ਹੈ, ਇਹ ਖੁਸ਼ਖਬਰੀ ਮੈਂ ਤੈਨੂੰ ਜਲਦੀ ਹੀ ਸੁਣਾਵਾਂਗਾ। ਇਹ ਕਹਿ ਕੇ ਮੈਂ ਫੋਨ ਕੱਟ ਦਿੱਤਾ। ਹੁਣ ਸਵੇਰ ਹੋ ਚੁੱਕੀ ਸੀ। ਰਾਤ ਨੂੰ ਜਦ ਮੈਂ ਸੌਂ ਰਿਹਾ ਸੀ ਤਾਂ ਅਚਾਨਕ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਰਾਗਨੀ ਬੈੱਡ 'ਤੇ ਨਹੀਂ ਸੀ। ਮੈਂ ਉੱਠ ਕੇ ਉਸ ਨੂੰ ਸਾਰੇ ਘਰ ਵਿੱਚ ਲੱਭਿਆ ਪਰ ਉਹ ਕਿਤੇ ਨਹੀਂ ਮਿਲੀ। ਫਿਰ ਮੈਂ ਛੱਤ 'ਤੇ ਗਿਆ। ਉਹ ਉੱਥੇ ਹੀ ਬੈਠੀ ਰੋ ਰਹੀ ਸੀ। ਮੈਂ ਉਸ ਨੂੰ ਬਹੁਤ ਹੀ ਪਿਆਰ ਨਾਲ ਪੁੱਛਿਆ ਕਿ ਕੀ ਹੋਇਆ ਰਾਗਨੀ। ਮੇਰੇ ਪੁੱਛਣ 'ਤੇ ਉਸਨੇ ਹਲਕਾ ਜਿਹਾ ਮੁਸਕਰਾ ਦਿੱਤਾ ਸੀ, ਪਰ ਆਪਣੀ ਜ਼ੁਬਾਨ 'ਤੇ ਕੋਈ ਸ਼ਿਕਾਇਤ ਨਹੀਂ ਲੈ ਕੇ ਆਈ ਸੀ। ਮੈਂ ਕਿਹਾ ਰਾਗਨੀ, ਮੈਂ ਬਹੁਤ ਬੁਰਾ ਹਾਂ ਨਾ। ਮੇਰੀ ਸ਼ਬਦਾਂ ਵਿੱਚ ਬਨਾਵਟੀ ਮੁਹੱਬਤ ਭਰੀ ਹੋਈ ਸੀ। ਉਹ ਕਹਿਣ ਲੱਗੀ ਕਿ ਬੁਰੇ ਤੁਸੀਂ ਨਹੀਂ, ਬੁਰੀ ਤਾਂ ਮੈਂ ਹਾਂ। ਪਹਿਲਾਂ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ। ਜਦ ਮੈਂ ਤੁਹਾਨੂੰ ਦੇਖਦੀ ਹਾਂ ਤਾਂ ਮੇਰਾ ਦਿਲ ਬਹੁਤ ਦੁਖਦਾ ਹੈ। ਤੁਹਾਡੇ ਵਰਗੇ ਸੋਹਣੇ ਤੇ ਖੂਬਸੂਰਤ ਮੁੰਡੇ ਨੂੰ ਮੇਰੇ ਜਿਹੀ ਬਦਸੂਰਤ ਪਤਨੀ ਮਿਲੀ ਹੈ। ਤੁਸੀਂ ਕਿੱਥੇ ਬੁਰੇ ਹੋ, ਬੁਰੀ ਤਾਂ ਮੈਂ ਹਾਂ। ਉਸ ਦੀਆਂ ਗੱਲਾਂ ਮੈਨੂੰ ਅਹਿਸਾਸ ਦਿਵਾ ਰਹੀਆਂ ਸੀ ਕਿ ਮੈਂ ਕਿੰਨਾ ਗਿਰਿਆ ਹੋਇਆ ਇਨਸਾਨ ਹਾਂ। ਰਾਗਨੀ ਦਿਲ ਦੀ ਬਹੁਤ ਚੰਗੀ ਸੀ। ਮੈਂ ਉਸ ਦੇ ਹੰਝੂ ਪੂੰਝੇ ਤੇ ਕਿਹਾ ਕਿ ਚੱਲ ਛੱਡ, ਅੱਜ ਗਰਮੀ ਬਹੁਤ ਹੈ, ਕੀ ਤੂੰ ਕੋਲਡ ਡਰਿੰਕ ਪੀਣਾ ਪਸੰਦ ਕਰੇਂਗੀ? ਉਸਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਮੈਂ ਕਿਹਾ ਕਿ ਸਵੇਰੇ ਮੈਂ ਤੈਨੂੰ ਲਿਆ ਦੇਵਾਂਗਾ। ਇੱਕ ਪਲ ਲਈ ਤਾਂ ਮੇਰੇ ਦਿਲ ਨੇ ਸੋਚਿਆ ਕਿ ਇਹ ਸਮਾਂ ਇੱਥੇ ਹੀ ਠਹਿਰ ਜਾਵੇ ਤੇ ਮੈਨੂੰ ਇਸ ਮਾਸੂਮ ਕੁੜੀ ਦੀ ਜਾਨ ਨਾ ਲੈਣੀ ਪਵੇ। ਪਰ ਫਿਰ ਮੇਰੀ ਨਜ਼ਰਾਂ ਦੇ ਸਾਹਮਣੇ ਸਪਨਾ ਦਾ ਚਿਹਰਾ ਆ ਗਿਆ। ਮੈਂ ਸਪਨਾ ਦੇ ਬਿਨਾਂ ਨਹੀਂ ਰਹਿ ਸਕਦਾ ਸੀ। ਸਪਨਾ ਨੂੰ ਪਾਉਣ ਦੇ ਲਈ ਮੈਨੂੰ ਇਹ ਕਰਨਾ ਹੀ ਹੋਵੇਗਾ। ਫਿਰ ਮੈਂ ਰਾਗਨੀ ਨੂੰ ਨੀਚੇ ਲੈ ਆਇਆ ਤੇ ਅਸੀਂ ਆਪਣੇ ਕਮਰੇ ਵਿੱਚ ਆ ਕੇ ਸੌਂ ਗਏ। ਅਗਲੀ ਸਵੇਰ ਮੈਂ ਬਾਹਰ ਗਿਆ ਤੇ ਰਾਗਨੀ ਦੇ ਲਈ ਕੋਲਡ ਡਰਿੰਕ ਲੈ ਕੇ ਆਇਆ ਤੇ ਘਰ ਵਾਪਸ ਆਉਂਦੇ ਸਮੇਂ ਮੈਂ ਉਸ ਵਿੱਚ ਜ਼ਹਿਰ ਮਿਲਾ ਦਿੱਤਾ। ਜ਼ਹਿਰ ਮਿਲਾਉਂਦੇ ਸਮੇਂ ਮੇਰੇ ਹੱਥ ਪੈਰ ਕੰਬ ਰਹੇ ਸੀ। ਮੈਨੂੰ ਪਸੀਨੇ ਆ ਰਹੇ ਸੀ, ਪਰ ਉਸ ਦਿਨ ਸ਼ੈਤਾਨ ਨੇ ਮੇਰੀ ਇੱਕ ਨਾ ਚੱਲਣ ਦਿੱਤੀ ਤੇ ਮੇਰੇ ਤੇ ਹਾਵੀ ਹੋ ਗਿਆ। ਫਿਰ ਮੈਂ ਘਰ ਦੇ ਵੱਲ ਚੱਲ ਪਿਆ। ਘਰ ਪਹੁੰਚ ਕੇ ਮੈਂ ਰਾਗਨੀ ਦੇ ਸਾਹਮਣੇ ਝੂਠੀ ਮੁਹੱਬਤ ਜ਼ਾਹਰ ਕਰਕੇ ਕੋਲਡ ਡਰਿੰਕ ਰੱਖ ਦਿੱਤਾ ਤੇ ਕਿਹਾ ਕਿ ਇਸ ਨੂੰ ਪੀ ਲਾ। ਉਸ ਨੇ ਮੇਰੇ ਸਾਹਮਣੇ ਹੀ ਕੋਲਡ ਡਰਿੰਕ ਦੀ ਬੋਤਲ ਪੀ ਲਈ। ਜਦ ਮੈਨੂੰ ਵਿਸ਼ਵਾਸ ਹੋ ਗਿਆ ਕਿ ਇੰਨਾ ਜ਼ਹਿਰ ਵਾਲਾ ਕੋਲਡ ਡਰਿੰਕ ਪੀ ਕੇ ਉਹ ਮਰ ਜਾਵੇਗੀ ਤਾਂ ਮੈਂ ਉੱਥੋਂ ਉੱਠ ਗਿਆ। ਮੇਰਾ ਸਮਾਨ ਤਾਂ ਪਹਿਲਾਂ ਤੋਂ ਹੀ ਪੈਕ ਸੀ। ਮੈਂ ਰਾਗਨੀ ਨੂੰ ਬਾਏ ਬੋਲਿਆ ਤੇ ਖੁਸ਼ੀ-ਖੁਸ਼ੀ ਸ਼ਹਿਰ ਦੇ ਵੱਲ ਨਿਕਲ ਗਿਆ। ਮੈਂ ਬਹੁਤ ਖੁਸ਼ ਸੀ ਕਿ ਮੇਰੀ ਖੁਸ਼ੀਆਂ ਦੇ ਵਿੱਚ ਜਿਹੜਾ ਵੱਡਾ ਕੰਡਾ ਸੀ ਉਹ ਹੁਣ ਨਿਕਲ ਜਾਵੇਗਾ। ਪਰ ਪਤਾ ਨਹੀਂ ਕਿਉਂ ਮੈਂ ਜਿਵੇਂ-ਜਿਵੇਂ ਸ਼ਹਿਰ ਦੇ ਵੱਲ ਵੱਧਦਾ ਜਾ ਰਿਹਾ ਸੀ, ਮੇਰਾ ਦਿਲ ਬੈਠਿਆ ਜਾ ਰਿਹਾ ਸੀ। ਮੈਂ ਸਪਨਾ ਨੂੰ ਆਪਣੇ ਆਉਣ ਦੇ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਮੈਂ ਉਸ ਨੂੰ ਘਰ ਪਹੁੰਚ ਕੇ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਪਰ ਮੈਂ ਸਪਨਾ ਨੂੰ ਫੋਨ ਕਰਕੇ ਇਹ ਦੱਸ ਦਿੱਤਾ ਸੀ ਕਿ ਮੈਂ ਰਾਗਨੀ ਨੂੰ ਕੋਲਡ ਡਰਿੰਕ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਹੈ। ਦਰਵਾਜ਼ੇ ਦੀ ਇੱਕ ਚਾਬੀ ਮੇਰੇ ਕੋਲ ਸੀ ਕਿਉਂਕਿ ਉਹ ਫਲੈਟ ਮੈਂ ਹੀ ਸਪਨਾ ਨੂੰ ਖਰੀਦ ਕੇ ਦਿੱਤਾ ਸੀ। ਮੈਂ ਉਸ ਫਲੈਟ 'ਤੇ ਪਹੁੰਚ ਕੇ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲਾ ਗਿਆ। ਪਰ ਇਹ ਕੀ, ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ ਕਿਉਂਕਿ ਉੱਥੇ ਬਹੁਤ ਖਾਮੋਸ਼ੀ ਸੀ। ਫਿਰ ਇੱਕ ਕਮਰੇ ਵਿੱਚੋਂ ਸਪਨਾ ਨਿਕਲੀ। ਉਹ ਬਹੁਤ ਹੀ ਸੁੰਦਰ ਲੱਗ ਰਹੀ ਸੀ। ਉਸ ਦੇ ਹੱਥ ਵਿੱਚ ਮਠਿਆਈ ਦੀ ਪਲੇਟ ਸੀ। ਉਹ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਅੱਜ ਸਾਡੇ ਰਸਤੇ ਦਾ ਕੰਡਾ ਨਿਕਲ ਗਿਆ ਹੈ, ਬਹੁਤ ਹੀ ਖੁਸ਼ੀ ਦਾ ਦਿਨ ਹੈ, ਇਸ ਲਈ ਇਹ ਮਠਿਆਈ ਖਾਓ। ਮੈਂ ਉਸ ਦੀ ਖੁਸ਼ੀ ਦੇਖ ਕੇ ਹੈਰਾਨ ਰਹਿ ਗਿਆ। ਮੈਨੂੰ ਮਠਿਆਈ ਦੇਖ ਕੇ ਵੀ ਅਜੀਬ ਲੱਗ ਰਿਹਾ ਸੀ, ਪਰ ਉਸ ਦੇ ਬਾਰ-ਬਾਰ ਕਹਿਣ 'ਤੇ ਮੈਂ ਮਠਿਆਈ ਦਾ ਇੱਕ ਟੁਕੜਾ ਖਾ ਲਿਆ। ਉਹ ਮੁਸਕਰਾਉਂਦੀ ਹੋਈ ਕਮਰੇ ਵਿੱਚ ਚਲੇ ਗਈ, ਪਰ ਜਦ ਉਹ ਕਾਫੀ ਦੇਰ ਵਾਪਸ ਨਾ ਆਈ ਤਾਂ ਮੈਂ ਉੱਠ ਕੇ ਉਸ ਦੇ ਕਮਰੇ ਵੱਲ ਜਾਣ ਲੱਗਿਆ। ਮੈਂ ਦਰਵਾਜ਼ੇ ਵਿੱਚ ਦੀ ਝਾਕ ਕੇ ਦੇਖਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ। ਕਮਰੇ ਵਿੱਚੋਂ ਕਿਸੇ ਮੁੰਡੇ ਦੇ ਬੋਲਣ ਦੀ ਆਵਾਜ਼ ਆ ਰਹੀ ਸੀ। ਸਪਨਾ ਉਹ ਮੁੰਡੇ ਦੇ ਕੋਲ ਬੈਠੀ ਹੋਈ ਕਹਿ ਰਹੀ ਸੀ
ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਰੋਬਿਨ ਦਾ ਪੱਕਾ ਇੰਤਜ਼ਾਮ ਕਰ ਦਿੱਤਾ ਹੈ। ਮਠਿਆਈ ਵਿੱਚ ਉਸ ਨੂੰ ਜ਼ਹਿਰ ਮਿਲਾ ਕੇ ਖਿਲਾ ਦਿੱਤੀ ਹੈ ਤੇ ਅੱਜ ਆਪਣਾ ਬਦਲਾ ਵੀ ਮੈਂ ਉਸ ਤੋਂ ਲੈ ਲਿਆ ਹੈ। ਉਸ ਨੂੰ ਕੀ ਲੱਗਦਾ ਹੈ ਕਿ ਮੈਨੂੰ ਪਤਾ ਨਹੀਂ ਚੱਲੇਗਾ ਕਿ ਮੇਰਾ ਮੁਜਰਿਮ ਕੌਣ ਹੈ? ਮੈਨੂੰ ਕਿਸ ਨੇ ਮੇਰੇ ਵਿਆਹ ਵਾਲੇ ਦਿਨ ਕਿਡਨੈਪ ਕੀਤਾ ਸੀ? ਮੇਰਾ ਮੁਜਰਿਮ ਰੋਬਿਨ ਹੀ ਹੈ। ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ। ਪਿਆਰ ਤਾਂ ਮੈਂ ਤੁਹਾਨੂੰ ਹੀ ਕਰਦੀ ਹਾਂ ਤੇ ਹਮੇਸ਼ਾ ਹੀ ਕਰਦੀ ਰਹਾਂਗੀ। ਸਪਨਾ ਜਿਸ ਨਾਲ ਗੱਲਾਂ ਕਰ ਰਹੀ ਸੀ ਉਹ ਕੋਈ ਹੋਰ ਨਹੀਂ ਸਗੋਂ ਉਸ ਦਾ ਮੰਗੇਤਰ ਸੀ, ਜਿਸ ਨਾਲ ਉਸ ਦਾ ਵਿਆਹ ਟੁੱਟ ਗਿਆ ਸੀ ਕਿਉਂਕਿ ਵਿਆਹ ਵਾਲੇ ਦਿਨ ਸਪਨਾ ਨੂੰ ਮੈਂ ਕਿਡਨੈਪ ਕਰ ਲਿਆ ਸੀ। ਸਪਨਾ ਦੀਆਂ ਗੱਲਾਂ ਸੁਣ ਕੇ ਮੇਰੇ ਵਿੱਚ ਉੱਥੇ ਖੜੇ ਰਹਿਣ ਦੀ ਹਿੰਮਤ ਨਹੀਂ ਸੀ। ਮੈਂ ਦੱਬੇ ਪੈਰੀ ਉੱਥੋਂ ਨਿਕਲ ਆਇਆ ਸੀ ਤੇ ਤਦੇ ਅਚਾਨਕ ਮੇਰੇ ਘਰ ਤੋਂ ਫੋਨ ਆਇਆ। ਮੇਰੇ ਪਿਤਾ ਜੀ ਨੇ ਕਿਹਾ ਕਿ ਬੇਟਾ ਤੇਰੀ ਪਤਨੀ ਦੇ ਆਖਰੀ ਸਾਹ ਚੱਲ ਰਹੇ ਹਨ, ਉਹ ਤੈਨੂੰ ਬੁਲਾ ਰਹੀ ਹੈ। ਮੇਰੀ ਤਾਂ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ। ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਜ਼ਹਿਰ ਤਾਂ ਮੈਨੂੰ ਵੀ ਦਿੱਤਾ ਗਿਆ ਸੀ, ਮੇਰੀ ਵੀ ਹਾਲਤ ਖਰਾਬ ਹੋ ਰਹੀ ਸੀ, ਪਰ ਮੈਨੂੰ ਹੁਣ ਆਪਣੀ ਹਾਲਤ ਦੀ ਪਰਵਾਹ ਨਹੀਂ ਸੀ। ਮੈਂ ਜਲਦੀ ਨਾਲ ਪਿੰਡ ਪਹੁੰਚਿਆ। ਮੈਂ ਦੇਖਿਆ ਕਿ ਰਾਗਨੀ ਦੇ ਚਿਹਰੇ 'ਤੇ ਮੌਤ ਦਾ ਸੰਨਾਟਾ ਸੀ। ਮੈਨੂੰ ਦੇਖ ਕੇ ਉਹ ਮੁਸਕਰਾਈ। ਉਸ ਦੀ ਮੁਸਕਰਾਹਟ ਦੇਖ ਕੇ ਮੇਰੀ ਰੂਹ ਕੰਬ ਗਈ। ਫਿਰ ਅਚਾਨਕ ਉਸ ਨੇ ਮੇਰੇ ਪੈਰ ਫੜ ਲਏ ਤੇ ਕਹਿਣ ਲੱਗੀ ਕਿ ਮੈਨੂੰ ਮਾफ़ ਕਰ ਦਿਓ। ਮੈਂ ਘਬਰਾ ਗਿਆ। ਮੈਂ ਪੁੱਛਿਆ ਕਿ ਕੀ ਹੋਇਆ ਰਾਗਨੀ? ਉਸ ਨੇ ਰੋ ਕੇ ਕਿਹਾ ਕਿ ਮੈਂ ਤੁਹਾਡੀ ਅਲਮਾਰੀ ਤਲਾਸ਼ ਕੀਤੀ ਸੀ। ਮੈਨੂੰ ਤੁਹਾਡੇ ਗਲਤ ਕੰਮ ਦੇ ਬਾਰੇ ਵਿੱਚ ਸਾਰੇ ਸਬੂਤ ਮਿਲ ਚੁੱਕੇ ਹਨ। ਮੈਂ ਉਸ ਦੀ ਗੱਲ ਸੁਣ ਕੇ ਘਬਰਾ ਗਿਆ। ਜ਼ਹਿਰ ਆਪਣਾ ਕੰਮ ਕਰ ਰਿਹਾ ਸੀ, ਪਰ ਮੈਂ ਫਿਰ ਵੀ ਖੜਾ ਉਸ ਦੀਆਂ ਗੱਲਾਂ ਸੁਣ ਰਿਹਾ ਸੀ। ਉਹ ਕਹਿ ਰਹੀ ਸੀ ਕਿ ਮੈਂ ਸੋਚ ਰਹੀ ਸੀ ਕਿ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਂ ਜਾਂ ਨਾ ਕਰਾਂ, ਪਰ ਮੈਂ ਤੁਹਾਨੂੰ ਰੱਬ ਦੇ ਕਹਿਰ ਤੋਂ ਬਚਾਉਣਾ ਚਾਹੁੰਦੀ ਸੀ। ਮੈਂ ਤੁਹਾਨੂੰ ਇਸ ਗਲਤ ਕੰਮ ਦੀ ਦਲਦਲ ਵਿੱਚੋਂ ਕੱਢਣਾ ਚਾਹੁੰਦੀ ਸੀ ਤੇ ਤੁਹਾਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਮੇਰੇ ਕੋਲ ਸਿਰਫ ਇੱਕ ਹੀ ਰਾਸਤਾ ਸੀ ਕਿ ਤੁਹਾਨੂੰ ਪੁਲਿਸ ਦੇ ਹਵਾਲੇ ਕਰ ਦੇਵਾਂ। ਮੈਂ ਅੱਜ ਹੀ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਪੁਲਿਸ ਕਿਸੇ ਵੀ ਸਮੇਂ ਇੱਥੇ ਪਹੁੰਚ ਸਕਦੀ ਹੈ ਤੇ ਤੁਹਾਨੂੰ ਗ੍ਰਿਫਤਾਰ ਕਰ ਸਕਦੀ ਹੈ। ਰਾਗਨੀ ਦੀ ਕੋਈ ਵੀ ਗੱਲ ਮੈਨੂੰ ਬੁਰੀ ਨਹੀਂ ਲੱਗ ਰਹੀ ਸੀ। ਰਾਗਨੀ ਇੰਨਾ ਕਹਿ ਕੇ ਇੱਕਦਮ ਜ਼ਮੀਨ 'ਤੇ ਡਿੱਗ ਗਈ। ਮੈਂ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਗਿਆ। ਉਸ ਦੀ ਹਾਲਤ ਬਹੁਤ ਖਰਾਬ ਸੀ। ਉਸ ਲਈ ਡਾਕਟਰ ਨੇ 24 ਘੰਟੇ ਬਹੁਤ ਖਤਰਨਾਕ ਦੱਸੇ ਸੀ। ਮੈਂ ਰੋ ਰੋ ਕੇ ਭਗਵਾਨ ਦੇ ਸਾਹਮਣੇ ਰਾਗਨੀ ਦੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਸੀ ਤੇ ਫਿਰ ਮੈਂ ਵੀ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਜਦ ਮੈਨੂੰ ਹੋਸ਼ ਆਇਆ ਤਾਂ ਸਭ ਤੋਂ ਪਹਿਲਾਂ ਮੈਂ ਰਾਗਨੀ ਦੇ ਬਾਰੇ ਪੁੱਛਿਆ ਸੀ। ਭਗਵਾਨ ਦੀ ਕਿਰਪਾ ਹੋਈ ਸੀ ਕਿ ਰਾਗਨੀ ਬਚ ਗਈ ਸੀ ਤੇ ਜਦ ਮੇਰੀ ਹਾਲਤ ਥੋੜੀ ਸੁਧਰੀ ਤਾਂ ਮੈਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ। ਮੈਂ ਆਪਣਾ ਜੁਰਮ ਕਬੂਲ ਕਰ ਲਿਆ ਸੀ। ਮੈਨੂੰ 14 ਸਾਲ ਦੀ ਸਜ਼ਾ ਹੋਈ ਸੀ। 14 ਸਾਲ ਬਾਅਦ ਮੈਨੂੰ ਜੇਲ੍ਹ ਤੋਂ ਰਿਹਾਈ ਮਿਲੀ ਸੀ। ਜਦ ਮੈਂ ਆਪਣੀ ਜੁਰਮ ਦੀ ਸਜ਼ਾ ਭੁਗਤ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਰਾਗਨੀ ਮੈਨੂੰ ਮਾफ़ ਕਰੇਗੀ ਜਾਂ ਨਹੀਂ। ਮੈਂ ਆਪਣੀ ਰਿਹਾਈ ਦੀ ਖਬਰ ਕਿਸੇ ਨੂੰ ਨਹੀਂ ਦਿੱਤੀ ਸੀ। ਮੈਂ ਚੁੱਪਚਾਪ ਘਰ ਆ ਗਿਆ ਤੇ ਦਰਵਾਜ਼ੇ 'ਤੇ ਹੀ ਰੁਕ ਗਿਆ। ਘਰ ਦੇ ਅੰਦਰ ਤੋਂ ਰਾਗਨੀ ਦੀ ਪਿਆਰੀ ਜਿਹੀ ਆਵਾਜ਼ ਆ ਰਹੀ ਸੀ। ਉਹ ਮੇਰੀ ਮਾਂ ਨੂੰ ਕਹਿ ਰਹੀ ਸੀ ਕਿ ਮਾਂ ਜੀ, ਤੁਹਾਡਾ ਬੇਟਾ ਬਹੁਤ ਹੀ ਬਹਾਦਰ ਹੈ। ਕਦੇ ਵੀ ਤੁਸੀਂ ਆਪਣੇ ਬੇਟੇ ਨੂੰ ਕਿਸੇ ਨਾਲੋਂ ਘੱਟ ਨਾ ਸਮਝਿਓ। ਜਦੋਂ ਵਾਪਸ ਆਉਣਗੇ ਤਾਂ ਦੇਖਿਓ ਕਿੰਨੇ ਨੇਕ ਇਨਸਾਨ ਬਣ ਕੇ ਆਉਣਗੇ। ਉਹ ਆਪਣੇ ਰਸਤੇ ਤੋਂ ਭਟਕ ਗਏ ਸੀ, ਪਰ ਹੁਣ ਆਪਣਾ ਆਉਣ ਵਾਲਾ ਕੱਲ੍ਹ ਚੰਗਾ ਹੋਵੇਗਾ। ਮੇਰੇ ਤੋਂ ਹੁਣ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਹੋਇਆ। ਮੈਂ ਭੱਜਦਾ ਹੋਇਆ ਘਰ ਦੇ ਅੰਦਰ ਚਲਾ ਗਿਆ। ਮੈਂ ਰਾਗਨੀ ਦੇ ਪੈਰਾਂ ਵਿੱਚ ਬੈਠ ਗਿਆ ਸੀ ਤੇ ਉਸ ਤੋਂ ਆਪਣੇ ਪਾਪਾਂ ਦੀ ਕੀਤੇ ਹੋਏ ਗੁਨਾਹਾਂ ਦੀ ਮਾफ़ੀ ਮੰਗਣ ਲੱਗਿਆ। ਰਾਗਨੀ ਨੇ ਉੱਠ ਕੇ ਮੈਨੂੰ ਗਲੇ ਨਾਲ ਲਗਾ ਲਿਆ ਤੇ ਮੈਨੂੰ ਮਾफ़ ਕਰ ਦਿੱਤਾ ਸੀ। ਫਿਰ ਮੈਂ ਆਪਣੇ ਪਾਪਾ ਦੇ ਗਲੇ ਲੱਗ ਗਿਆ ਤੇ ਕਹਿਣ ਲੱਗਿਆ ਕਿ ਪਾਪਾ, ਅੱਜ ਮੈਂ ਇੱਕ ਚੰਗਾ ਇਨਸਾਨ ਬਣ ਗਿਆ ਹਾਂ। ਉਹ ਵੀ ਸਿਰਫ ਤੁਹਾਡੀ ਵਜ੍ਹਾ ਨਾਲ, ਕਿਉਂਕਿ ਤੁਸੀਂ ਮੇਰੇ ਲਈ ਇੰਨੀ ਚੰਗੀ ਪਤਨੀ ਲੱਭੀ ਸੀ। ਹੁਣ ਮੈਨੂੰ ਰਾਗਨੀ ਦੀ ਕਾਲੀ ਸੂਰਤ ਵੀ ਚਾਂਦਨੀ ਵਰਗੀ ਲੱਗਦੀ ਸੀ। ਹੁਣ ਮੈਂ ਆਪਣੀ ਪਤਨੀ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹਾਂ। ਹੁਣ ਸਾਡੇ ਵਿਆਹ ਨੂੰ 18 ਸਾਲ ਹੋ ਗਏ ਹਨ ਤੇ ਰੱਬ ਨੇ ਮੈਨੂੰ ਇੱਕ ਬੇਟਾ ਤੇ ਇੱਕ ਬੇਟੀ ਦੀ ਦਾਤ ਬਖਸ਼ੀ ਹੈ। ਹੁਣ ਮੈਂ ਰਾਗਨੀ ਤੇ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਿਹਾ ਹਾਂ।